सो भलियो मेरी तरफों मेरी फैमिली की तरफों और नीदरलैंड की कलीसिया की तरफों सारे फेसबुक ते यूट्यूब ते कलाम सुनने वाले सलाम पहुंचे। उसकी सलामती तुहाडे उत्ते होवे, तुहाडी आल औलाद दे उत्ते होवे ते भलियो उस सलामती दा शहजादा है। उसने आख्या कि आसमान ते टल जू, जमीन भी टल सकती है, पर मेरे मुंह दे कलमे कदी नहीं टलणगे। सो दे मुंह दियां गल्लां कदी नहीं टलणगियां। उसने अखीर वक्त दियां निशानियां दसियां कि कौम ते कौम चढ़ाई करेगी, सल्तनत ते सल्तनत चढ़ाई करेगी। मोहब्बत ठंडी पै जाएगी, पंचाल आउणगे। घबरा ना जाना, बल्कि सीधे सीधे। सो अज भी आवाज है टेढ़िया नूं सीधे खड़े हो जाओ आसमान की तरफ, जिथों बदलों तो आने वाला है। ते आओ फिर अज वेला है सीधे हो जाइए। खुदा नूं भुलिए ना, सीधिया नूं ते लै ली आ रहा है, क्योंकि वो आप भी सीधा है। जिसले अमसाल 8 बाप 8 ही ऐत नूं पढ़ते हैं ते लिखिया मिलता है, मेरे मुंह दियां गल्लां सीधियां निदरियां ते पद्धरियां। कहंदा उन्हां गल्लां दे विच कोई टेढ़ा तुरछा कोई नहीं गा जिहड़ा समझ च नहीं आउंदा। खुदा दा कलाम ते है ही साफ साफ सीधा सीधा। इहदे विच की असीं इहदे विच मिलावटां कर करके ते बड़ा बना बना के कलाम पेश कर सकने। इह ते है ही सीधा सीधा है। खुदावंद यसू मसीह ने मत्ती दी इंजील 10 बाब 27 ऐत दे विच आख्या, जिस गल नूं तू नेरे च सुन लवे उसे गल नूं, ये नहीं कि उहदे विच आप मिलावटां करी, उसी गल नूं अजाले च करी। तू नेरे च सुनिए, तू अजाले च करी, तेरे कान च पै गई है, कोठे ते चढ़ी ते मनादी करी। सो वक्त है कि सीधे हो जाइए ते सीधे होके खड़े होइए, क्योंकि टेढ़े लोग शर्मिंदा होणगे। पहला करंथियों पहला ही बाप 4 ऐत तो पढ़ना शुरू करिए ना ते लिखिया मिलता है, मैं खुदावंद दी उस फजल दे बायस जिहड़ा मसीह यसू विच हुंदियां होयां कहंदा तुहाडे उत्ते हो गया। की हो गया तुहाडे उत्ते? फजल हो गया। मुकद्दसा मरियम ते की होया सी? फजल होया सी। पलूस रसूल की कहंदा है, तेरा फजल मेरे लिए काफी है। साडे उत्ते भी ये फजल होया है कि असी कलाम ते इलम दी दौलत दे नाल
ਦੌਲਤਮੰਦ ਬਣ ਗਏ। ਇਹ ਦੌਲਤ ਸਾਨੂੰ ਹਵਾ 'ਚ ਉਡਾ ਨਹੀਂ ਸਕਦੀ, ਲੇਕਿਨ ਜਿਹੜੀ ਕਲਾਮ ਤੇ ਇਲਮ ਦੀ ਦੌਲਤ ਹੈ, ਲਿਖਿਆ ਤੇਰੇ ਤੇ ਫਜ਼ਲ ਹੋਇਆ ਇਸ ਕਰਕੇ ਕਿ ਤੇਰੇ ਕੋਲ ਕਲਾਮ ਤੇ ਇਲਮ ਦੀ ਦੌਲਤ ਹੈ ਤੇ ਤੂੰ ਇਸ ਦੌਲਤ ਦੇ ਨਾਲ ਦੌਲਤਮੰਦ ਬਣ ਗਿਆ। ਤੇ ਦੌਲਤ ਕਿਸੇ ਦੀ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ? ਅਗਰ ਉਹਦੇ ਕੱਪੜੇ ਪਾਟੇ ਹੋਏ, ਖਾਣਾ ਉਹਦਾ ਜਿਸ ਤਰ੍ਹਾਂ ਗਰੀਬ ਲੋਕ ਮੰਗ ਤੰਗ ਕੇ ਖਾਂਦੇ ਨੇ, ਦੂਸਰਿਆਂ ਤੇ ਰਹਿਮੋ ਕਰਮ ਤੇ ਹੁੰਦੇ ਨੇ, ਕਿਉਂਕਿ ਬਚਪਨ ਤੋਂ ਅਸੀਂ ਦੇਖਦੇ ਆਏ ਹਾਂ ਬੜੇ ਹੀ ਫਕੀਰ ਲੋਕ ਸੁਬਾਹ ਹੀ ਲੋਕਾਂ ਦੇ ਘਰਾਂ ਦੇ ਅੱਗੇ, ਔਰ ਲੋਕਾਂ ਨੇ ਕਿਸੇ ਨੇ ਆਟਾ ਪਾ ਦੇਣਾ, ਕਿਸੇ ਨੇ ਪੈਸੇ ਦੇ ਦੇਣੇ, ਇਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ। ਕੱਪੜੇ ਪਾਟੇ ਹੋਏ ਨੇ, ਖਾਣਾ ਮੰਗ ਕੇ ਖਾਣ ਡਏ ਨੇ, ਘਰ ਕੱਚਾ ਜਿਹਾ। ਕਿਆ ਇਸ ਤਰ੍ਹਾਂ ਕਿਸੇ ਦੀ ਦੌਲਤ ਨਜ਼ਰ ਆਉਂਦੀ ਹੈ? ਉਹ ਦੌਲਤਮੰਦ ਤੇ ਬੰਦਾ ਉਦੋਂ ਹੀ ਨਜ਼ਰ ਆਉਂਦਾ ਹੈ ਉਹਦੀ ਗੱਡੀ ਬੜੀ ਜ਼ਬਰਦਸਤ ਹੋਵੇ, ਉਹਦੇ ਬਾਡੀਗਾਰਡ ਅੱਗੇ ਪਿੱਛੇ ਹੋਣ, ਉਹਦਾ ਘਰ ਬੜਾ ਆਲੀਸ਼ਾਨ ਹੋਵੇ, ਆਲੇ ਦੁਆਲੇ ਲੋਕ ਬੈਠੇ ਹੋਣ, ਲੰਗਰ ਚੱਲਦਾ ਹੋਵੇ, ਫਿਰ ਪਤਾ ਚੱਲਦਾ ਵੀ ਇਹ ਬੰਦਾ ਕੋਈ ਦੌਲਤਮੰਦ ਹੈ। ਉਹ ਇਸ ਤਰ੍ਹਾਂ ਭਰਾਓ ਲੰਗਰ ਚਲਾਉਣਾ ਹੈ, ਲੰਗਰ ਅਮਸਾਲ 10 ਬਾਬ 21 'ਚ ਲਿਖਿਆ, ਸਾਦਕ ਦੇ ਹੋਂਠ ਬਹੁਤਿਆਂ ਨੂੰ ਗਜ਼ਾ ਪਹੁੰਚਾਉਂਦੇ ਨੇ ਤੇ ਇਸ ਤੇ ਆਪ ਭੁੱਖੇ। ਸਾਦਕ ਦੀ ਹੋਂਠ ਬਹੁਤਿਆਂ ਨੂੰ ਗਜ਼ਾ ਪਹੁੰਚਾਉਂਦੇ ਨੇ। ਗਜ਼ਾ ਤੁਹਾਡੀ ਹੋਂਠਾਂ ਦੇ ਵਿੱਚ ਬਹੁਤਿਆਂ ਲਈ ਗਜ਼ਾ ਹੈ। ਮੈਨੂੰ ਇੱਕ ਵਾਰੀ ਇਤਫਾਕ ਹੋਇਆ, ਉਦੋਂ ਮੈਂ ਖੁਦਾਮ ਦੇ ਵਿੱਚ ਨਹੀਂ ਸੀਗਾ, ਕਾਰੋਬਾਰੀ ਬੰਦਾ ਸੀ, ਬੂੰਗੇ ਹਯਾਤ ਵੱਲ ਮੈਂ ਕਾਰੋਬਾਰ ਕਰਨਾ ਸੀ ਤੇ ਉੱਥੇ ਪਿੰਡ ਦੇ ਵਿੱਚ ਮੈਂ ਵੇਖਿਆ ਉਹਨਾਂ ਬੰਦਿਆਂ ਦੇ ਕੋਲੋਂ ਮੈਂ ਜਗ੍ਹਾ ਲੈਣੀ ਸੀ। ਉਹ 2 ਭਾਈ ਸੀਗੇ ਤੇ ਇਦਾਂ ਹੀ ਸੀ ਵੀ ਜਿਵੇਂ ਨਾ ਅਦਾਲਤ ਉਹਨਾਂ ਦੇ ਘਰ ਦੀ। ਪਿੰਡਾਂ ਦੇ ਪਿੰਡ ਬੜੀ ਦੂਰੋਂ ਦੁਨੀਆ ਆਣ ਕੇ ਆਪਣੇ ਫੈਸਲੇ ਲੈ ਕੇ ਉੱਥੇ ਆਉਂਦੀ ਹੁੰਦੀ ਸੀ ਤੇ ਬੜੇ ਮਕਾਨ ਬਣੇ ਹੋਏ ਉੱਥੇ ਤੇ ਲੋਕ ਉੱਥੇ ਟਿਕੇ ਵੀ ਹੋਏ, ਕੋਈ ਚਲੇ ਜਾਂਦੇ ਤੇ ਉਹਨਾਂ ਨੇ ਫਿਰ ਆਉਣਾ ਤੇ ਲੋਕਾਂ ਦੇ ਫੈਸਲੇ ਕਰਨੇ। ਤੇ ਲੰਗਰ ਉਹਨਾਂ ਦਾ ਏਦਾਂ ਚੱਲਦਾ ਸੀ ਵੀ ਸੁਬਾਹ ਦੇ ਟਾਈਮ ਜਿੰਨੇ ਵੀ ਲੋਕ ਉਹਨਾਂ ਨੂੰ ਨਾਸ਼ਤਾ ਦਿੱਤਾ ਜਾਂਦਾ ਸੀ, ਦੁਪਹਿਰ ਦੇ ਟਾਈਮ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ, ਔਰ ਸ਼ਾਮ ਦੇ ਟਾਈਮ ਫਿਰ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ। ਔਰ ਲੋਕਾਂ ਦੇ ਉਹ ਸੁਣ ਕੇ ਫੈਸਲੇ ਕਰਦੇ ਸੀ, ਦੋਨੇ ਭਰਾ। ਇਹ ਮੈਂ ਬੂੰਗੇ ਹਯਾਤ ਦੀ ਗੱਲ ਕਰਨਾ, ਅਕਾੜੇ ਦੇ ਲਾਗੇ। ਤੇ ਦੁਨੀਆ ਨੂੰ ਪਤਾ ਚੱਲਦਾ ਸੀਗਾ ਕਿ ਬਈ ਇਹ ਖਾਂਦੇ ਪੀਂਦੇ ਲੋਕ ਨੇ। ਉਹਨਾਂ ਦੇ ਉਸ ਲੰਗਰਖਾਨੇ ਤੋਂ ਜਿਹੜਾ ਉਹਨਾਂ ਦੇ ਕੋਲ ਫੈਸਲਾ ਕਰਾਉਣ ਆਉਂਦਾ ਸੀ ਉਹ ਭੁੱਖਾ ਵੀ ਨਹੀਂ ਸੀ ਜਾਂਦਾ, ਤੇ ਜਿਹੜਾ ਮਰਜ਼ੀ ਉੱਥੇ ਜਾ ਕੇ ਟਿਕ ਜਾਂਦਾ ਸੀਗਾ, ਉਹਨੂੰ ਖਾਣ ਪੀਣ ਦੀ ਪਰਵਾਹ ਨਹੀਂ ਹੁੰਦੀ ਸੀ। ਇਹ ਮੈਂ ਵੇਖਿਆ ਹੈ ਕਿਉਂਕਿ ਮੈਂ ਵੀ ਉੱਥੇ ਗਿਆ, ਮੈਂ ਜਗ੍ਹਾ ਲੈਣੀ ਸੀ ਉਹਨਾਂ ਕੋਲ ਕਾਰੋਬਾਰ ਕਰਨ ਲਈ।
ਸੋ ਭਲਿਓ ਇਸ ਤਰ੍ਹਾਂ ਹੀ ਉਹ ਅਮੀਰ ਆਦਮੀ ਹੈ। ਇੱਕ ਤੇ ਉਹ ਚੰਗੇ ਫੈਸਲੇ ਕਰਦਾ ਹੈ ਕਿਉਂਕਿ ਉਹ ਅਮੀਰ ਆਦਮੀ ਨਿਰਾ ਸਜਦਿਆਂ ਤੇ ਨਹੀਂ ਰਹਿਣਾ। ਯਹੂਦੀ ਕੌਮ ਦੇ ਬਾਰੇ, ਫੱਕੀਆਂ ਫਰੀਸੀਆਂ ਦੇ ਬਾਰੇ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਕਿ ਤੁਸੀਂ ਸੌਂਫ ਜ਼ੀਰੇ ਤੱਕ ਦਹਿਯਕੀ ਦਿੰਦੇ ਹੋ, 10ਵਾਂ ਹਿੱਸਾ ਕੱਢ ਕੇ ਖੁਦਾ ਲਈ ਰੱਖਦੇ ਹੋ ਕਿ ਇਹ ਖੁਦਾ ਦਾ ਹਿੱਸਾ ਹੈ ਔਰ ਅਸੀਂ ਕੱਢਣਾ ਹੀ ਕੱਢਣਾ। ਤੇ ਬੜੇ ਚੰਗੇ ਕੰਮ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਹੋ, ਪਰ ਇਨਸਾਫ ਦਾ ਖੂਨ ਕਰ ਦਿੰਦੇ ਹੋ, ਇਨਸਾਫ ਦਾ। ਤੇ ਅਗਰ ਕੋਈ ਇਨਸਾਫ ਦਾ ਖੂਨ ਕਰਦਾ ਹੈ ਤੇ ਖੂਨੀ ਬੰਦਾ ਤੇ ਖੁਦਾ ਦੀ ਬਾਦਸ਼ਾਹੀ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਮੀਕਾ ਦੀ ਕਿਤਾਬ 6 ਬਾਬ ਨੂੰ ਪੜ੍ਹ ਕੇ ਵੇਖੋ, 6 ਐਤ ਤੋਂ ਮੀਕਾ ਵੀ ਖੁਦਾਵੰਦ ਨੂੰ ਸਜਦਾ, ਮੀਕਾ ਦੀ ਕਿਤਾਬ ਨੂੰ ਦੇਖੋ ਤੇ ਬਿਲਕ ਬਾਦਸ਼ਾਹ ਖੁਦਾ ਨੂੰ ਸਜਦਾ ਕਰਨਾ ਚਾਹੁੰਦਾ ਹੈ। ਤੇ ਕਿਸ ਤਰ੍ਹਾਂ ਉਹਨੇ ਬਲਾਮ ਨਬੀ ਨੂੰ ਬੁਲਾਇਆ ਤੇ ਆਖਿਆ ਮੈਂ ਕੀ ਲੈ ਕੇ ਖੁਦਾਵੰਦ ਦੇ ਹਜ਼ੂਰ ਚਲਾ ਜਾਵਾਂ ਤੇ ਉਸ ਨੂੰ ਸਜਦਾ ਕਰਾਂ? ਕਿਆ ਮੈਂ ਯਕਸਾਲਾ ਬੱਚੇ ਲੈ ਜਾਵਾਂ, ਖੁਦਾਵੰਦ ਦੇ ਹਜ਼ੂਰ ਕੁਰਬਾਨ ਕਰਾਂ? ਜਾਂ ਹਜ਼ਾਰਾਂ ਮੈਂਡੇ ਕੁਰਬਾਨ ਕਰਾਂ, ਤੇਲ ਦੀਆਂ 10,000 ਨਹਿਰਾਂ ਵਗਾਵਾਂ, ਜਾਂ ਆਪਣੇ ਪਲੋਠੇ ਨੂੰ ਤੇ ਫਿਰ ਸਾਰੀ ਔਲਾਦ ਤੇ ਆਪਣੀ ਔਲਾਦ ਨੂੰ ਆਪਣੇ ਗੁਨਾਹ ਦੇ ਇਵਜ਼ ਕੁਰਬਾਨ ਕਰਦੇ ਹਨ। ਤੇ 8 ਐਤ ਦੇ ਵਿੱਚ ਫਿਰ ਖੁਦਾ ਨੇ ਹਰ ਬੰਦੇ ਨਾਲ, ਨਾ ਸਿਰਫ ਉਸ ਬਿਲਕ ਬਾਦਸ਼ਾਹ ਨਾਲ ਗੱਲ ਹੋਈ, ਹਰ ਬੰਦੇ ਨਾਲ ਅੱਜ ਗੱਲ ਹੈ, ਐ ਇਨਸਾਨ ਉਸਨੇ ਤੇਰੇ ਉੱਤੇ ਨੇਕੀ ਜ਼ਾਹਰ ਕਰ ਦਿੱਤੀ ਹੈ ਕਿ ਤੂੰ ਇਨਸਾਫ ਕਰ, ਇਨਸਾਫ ਕਰ ਤੇ ਰਹਿਮ ਦਿਲੀ ਨੂੰ ਅਜ਼ੀਜ਼ ਰੱਖ। ਇਨਸਾਫ ਕਰ ਤੇ ਰਹਿਮ ਦਿਲੀ ਨੂੰ ਅਜ਼ੀਜ਼ ਰੱਖ ਤੇ ਆਪਣੇ ਖੁਦਾਵੰਦ ਦੇ ਹਜ਼ੂਰ ਫਰੋਤਨੀ ਦੇ ਨਾਲ ਚੱਲ। ਤੇ 9 'ਚ ਲਿਖਿਆ ਖੁਦਾਵੰਦ ਦੀ ਆਵਾਜ਼ ਸ਼ਹਿਰ ਨੂੰ, ਨਾ ਸਿਰਫ ਬਿਲਕ ਬਾਦਸ਼ਾਹ ਨਾਲ, ਅੱਜ ਇੱਕ ਇੱਕ ਸ਼ਹਿਰੀ ਦੇ ਨਾਲ ਹੈ ਕਿ ਅਸੀਂ ਫਰੋਤਨੀ ਨਾ ਚੱਲੀਏ, ਇਨਸਾਫ ਕਰੀਏ, ਸਿੱਧੇ ਹੋਈਏ, ਅਸੀਂ ਤੇ ਟੇਢੇ। ਸੋ ਗੱਲ ਹੋ ਰਹੀ ਸੀ ਅਮੀਰ ਆਦਮੀ ਦੀ ਕਿ ਉਸ ਦੀ ਅਮੀਰਤ ਕਿੱਥੋਂ ਨਜ਼ਰ ਆਉਂਦੀ ਹੈ? ਉਹਦੇ ਮਕਾਨਾਂ ਤੋਂ, ਉਹਦੀ ਗੱਡੀ ਤੋਂ, ਉਹਦੇ ਉਹਨਾਂ ਲੋਕਾਂ ਤੋਂ ਜਿਹੜੇ ਉਹਦੇ ਅੱਗੇ ਪਿੱਛੇ ਨੇ, ਉਹਦੀ ਬਾਡੀ ਗਾਰਡਾਂ ਤੋਂ। ਭਲਿਓ ਅਮੀਰ ਆਦਮੀ ਤੇ ਉਹ ਹੈ ਜਿਹਦੇ ਚ ਗਿਰਦ ਫਰਿਸ਼ਤੇ ਖੈਮਾਜ਼ਨ ਨੇ, ਜਿਹਦੇ ਬਾਡੀ ਗਾਰਡ ਖੁਦਾਵੰਦ ਦੇ ਫਰਿਸ਼ਤੇ। ਲਿਖਿਆ ਕਿਆ ਉਹ ਖਿਦਮਤ ਗੁਜ਼ਾਰ ਰੂਹਾਂ ਨਹੀਂ ਜਿਹੜੀਆਂ ਨਜਾਤ ਦੀ ਮਰਾਸ ਨੂੰ ਹਾਸਲ ਕਰ ਲੈਂਦੀਆਂ ਹੈ ਤੇ ਉਹਨਾਂ ਦੀ ਖਿਦਮਤ ਲਈ ਅਸਮਾਨ ਦੇ ਤੋਂ ਭੇਜੀਆਂ ਜਾਂਦੀਆਂ। ਕੌਣ? ਫਰਿਸ਼ਤੇ। ਖੁਦਾ ਦੇ ਲੋਕਾਂ ਦੀ ਇਹ ਅਮੀਰਤ। ਅਮਸਲ ਦੀ ਕਿਤਾਬ 10 ਬਾਬ 21 'ਚ ਲਿਖਿਆ ਸਾਦਕ ਦੇ ਹੋਂਠ ਬਹੁਤਿਆਂ ਨੂੰ ਗਜ਼ਾ। ਉਹ ਲੋਕਾਂ ਨੂੰ ਭੁੱਖੇ ਨਹੀਂ ਮਾਰਦੇ, ਸਾਦਕ ਦੇ ਹੋਂਠ ਬਹੁਤਿਆਂ ਨੂੰ ਗਜ਼ਾ ਪਹੁੰਚਾਉਂਦੇ ਨੇ। ਗਜ਼ਾ, ਤੁਹਾਡੇ ਹੋਂਠਾਂ 'ਚ ਗਜ਼ਾ ਹੈ। ਈਮਾਨ ਦੀ ਕਿਤਾਬ 5 ਬਾਬ 17 ਐਤ ਨੂੰ ਪੜ੍ਹ ਲਓ, ਲਿਖਿਆ ਮਿਲਦਾ ਹੈ ਸਦੂਕੀਆਂ ਦੇ ਫਿਰਕੇ ਦੇ ਸਰਦਾਰਾਂ ਨੇ ਹਸਦ ਦੇ ਵਿੱਚ ਆਣ ਕੇ ਰਸੂਲਾਂ ਨੂੰ ਫੜਿਆ ਹੈ ਤੇ ਆਮ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ। ਖੁਦਾਵੰਦ ਦੇ ਫਰਿਸ਼ਤੇ ਨੇ ਛਡਾਇਆ ਹੈ ਤੇ ਛਡਾ ਕੇ ਉਹਨਾਂ ਨੂੰ ਆਖਿਆ ਹੈ ਕਿ ਮੈਂ ਤੁਹਾਨੂੰ ਕਿਉਂ ਛਡਾਇਆ? ਇਸ ਕਰਕੇ ਛਡਾਇਆ ਹੈ ਕਿਉਂਕਿ ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਨੇ,
ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਨੇ ਤੇ ਜਾਓ ਜਾ ਕੇ ਲੋਕਾਂ ਨੂੰ ਦੱਸਿਓ। ਸੋ ਭਲਿਓ, ਸਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਨੇ ਤੇ ਲੋਕਾਂ ਨੂੰ ਦੱਸਣੀਆਂ ਨੇ। ਅਯੂਬ ਦੀ ਕਿਤਾਬ 14 ਬਾਬ ਨੂੰ ਪੜ੍ਹੋ ਤੇ ਲਿਖਿਆ ਮਿਲਦਾ ਹੈ, ਇਨਸਾਨ ਜਿਹੜਾ ਔਰਤ ਤੋਂ ਪੈਦਾ ਥੋੜੇ ਹੀ ਦਿਨਾਂ ਦਾ ਵਾ ਤੇ ਦੁੱਖਾਂ ਨਾਲ ਭਰਿਆ। ਉਹ ਭਰਾਓ, ਇੱਕ ਤੇ ਅਸੀਂ ਥੋੜੇ ਦਿਨਾਂ ਦੇ, ਦੂਸਰੇ ਦੁੱਖਾਂ ਨਾਲ ਭਰੇ ਹੋਏ। ਉਹ ਅਸੀਂ ਤੇ ਲੋਕਾਂ ਦੇ ਦੁੱਖ ਦੂਰ ਕਰ ਸਕਦੇ ਹਾਂ, ਕਿਉਂਕਿ ਯਸਾਇਆ 40 ਬਾਬ ਦੀ ਪਹਿਲੀ ਐਤ ਨੂੰ ਪੜ੍ਹੋ ਤੇ ਲਿਖਿਆ ਮਿਲਦਾ ਹੈ, ਤਸੱਲੀ ਦਿਓ, ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ। ਤੁਹਾਡੇ ਕੋਲ ਤੇ ਤਸੱਲੀ ਦੀਆਂ ਗੱਲਾਂ ਹੈ। ਤੁਸੀਂ ਤੇ ਦੌਲਤਮੰਦ ਹੋ, ਤੁਹਾਡੇ ਤੇ ਫਜ਼ਲ ਹੋਇਆ ਹੈ। ਕਿਉਂਕਿ ਪਹਿਲਾ ਕਰੰਥੀਓ ਪਹਿਲਾ ਬਾਬ 4 ਐਤ ਦੇ ਵਿੱਚ ਲਿਖਿਆ ਮਿਲਦਾ ਹੈ, ਮੈਂ ਖੁਦਾ ਦੀ ਉਸ ਫਜ਼ਲ ਦੇ ਬਾਇਸ ਜਿਹੜਾ ਮਸੀਹ ਯਸੂ ਵਿੱਚ ਹੁੰਦਿਆਂ ਹੋਇਆਂ ਕਹਿੰਦਾ ਤੁਹਾਡੇ ਉੱਤੇ ਹੋ ਗਿਆ ਕਿ ਤੁਸੀਂ ਉਸ ਦੇ ਵਿੱਚ ਹੋ ਕਿ ਤੁਸੀਂ ਮਸੀਹੀ ਤੇ ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਤੁਸੀਂ ਦੌਲਤਮੰਦ। ਹੁਣ ਦੌਲਤ ਕਿੱਦਾਂ ਨਜ਼ਰ ਆਉਂਦੀ? ਕਿ ਮਸੀਹ ਦੀ ਗਵਾਹੀ ਤੁਹਾਡੇ ਚ ਕਾਇਮ ਹੋਈ। ਸੋ ਭਲੇ ਜ਼ਬੂਰ ਨੂੰ ਇਸ ਕਹਿੰਦਾ ਹੈ, ਮੈਂ ਖੁਸ਼ ਹਾਂ ਉਹਨਾਂ ਤੋਂ ਵੱਧ ਕੇ ਜੋ ਖੁਸ਼ ਹਨ ਆਪਣੀ ਦੌਲਤ ਤੇ। ਜ਼ਬੂਰ 119 ਉਹਦੀ 28 ਐਤ ਨੂੰ ਪੜ੍ਹੋ। ਇਹ ਦੌਲਤਾਂ ਸਾਡਾ ਗਮ ਨਹੀਂ ਦੂਰ ਕਰ ਸਕਦੀਆਂ। ਸੋ ਲਿਖਿਆ ਮਿਲਦਾ ਹੈ, ਗਮ ਦੇ ਮਾਰੇ ਮੇਰੀ ਜਾਨ ਖੁੱਲੀ ਜਾਂਦੀ ਹੈ। ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਵੀਅਤ ਦੇ, ਅਗਰ ਤਕਵੀਅਤ ਮਿਲ ਸਕਦੀ ਹੈ, ਕੂਵਤ ਮਿਲ ਸਕਦੀ ਹੈ, ਤਸੱਲੀ ਮਿਲ ਸਕਦੀ ਹੈ, ਤੇ ਉਹ ਆ ਖੁਦਾ ਦਾ ਕਲਾਮ। ਇਸੇ ਕਰਕੇ ਯਸਾਇਆ 40 ਬਾਬ ਉਸਦੀ ਪਹਿਲੀ ਐਤ 'ਚ ਲਿਖਿਆ, ਤਸੱਲੀ ਦਿਓ, ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ। ਇਸ ਤੇ ਕੌਮਾਂ ਨੂੰ ਤਸੱਲੀ ਦੇ ਸਕਦੇ, ਕਿਉਂਕਿ ਸਾਡੇ ਤੇ ਫਜ਼ਲ ਹੋਇਆ। ਅਸੀਂ ਨਾ ਸਿਰਫ ਉਹਨਾਂ ਗੱਲਾਂ ਨੂੰ ਹਾਸਲ ਕੀਤਾ ਹੈ, ਸਾਡੀ ਤੇ ਇਹ ਕੋਸ਼ਿਸ਼ ਹੈ। ਕਿਉਂਕਿ ਅਮਸਾਲ ਦੀ ਕਿਤਾਬ 22 ਬਾਬ 19 ਐਤ ਤੋਂ 21 ਐਤ ਤੱਕ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਤੇਰਾ ਤਵੱਕਲ ਖੁਦਾਵੰਦ ਦੇ ਉੱਤੇ ਹੋਵੇ, ਤੇਰਾ ਤਵੱਕਲ ਖੁਦਾਵੰਦ ਦੇ ਉੱਤੇ ਹੋਵੇ। ਤੇ ਅੱਜ ਦੇ ਦਿਨ ਕਹਿੰਦਾ ਮੈਂ ਗੱਲ ਤੈਨੂੰ ਜਤਾ ਕੇ ਦੱਸਣਾ, ਜਤਾ ਕੇ। ਤੇ ਰੱਬ ਬੰਦੇ ਨੂੰ ਕਹਿੰਦਾ, ਮੈਂ ਤੇਰੇ ਲਈ ਬੰਦਿਆ, ਮੈਂ ਤੇਰੇ ਲਈ ਕਹਿੰਦਾ ਇਲਮ ਦੀਆਂ ਗੱਲਾਂ, ਉਹ ਮਸ਼ਵਰਤ ਦੀਆਂ ਗੱਲਾਂ ਤੇ ਲਤੀਫ ਗੱਲਾਂ ਇਸ ਕਰਕੇ ਲਿਖੀਆਂ ਨੇ ਤਾਂ ਕਿ ਸੱਚਾਈ ਦੀ ਹਕੀਕਤ ਨੂੰ ਤੇਰੇ ਉੱਤੇ ਜ਼ਾਹਰ ਕਰਾਂ ਤੇ ਤੂੰ ਸੱਚੀਆਂ ਗੱਲਾਂ ਨੂੰ ਹਾਸਲ ਕਰੇ। ਇਹਨੂੰ ਹਾਸਲ ਕਰਨਾ ਹੀ ਫਜ਼ਲ ਹੈ। ਤੇ ਦੂਸਰਾ ਫਜ਼ਲ ਕਿ ਤੁਸੀਂ ਇੰਨੇ ਅਮੀਰ ਹੋ ਗਏ ਹੋ ਕਿ ਤੁਸੀਂ ਕਲਾਮ ਤੇ ਇਲਮ ਦੀ ਦੌਲਤ ਦੇ ਨਾਲ ਦੌਲਤਮੰਦ ਬਣ ਗਏ ਹੋ। ਨਾ ਸਿਰਫ ਆਪਣਾ ਸੋਚਦੇ ਹੋ ਕਿ ਇਹਨੂੰ ਹਾਸਲ ਕਰਨਾ ਤੇ ਇਹਨੂੰ ਦਬਾ ਜਾਣਾ, ਨਹੀਂ। ਲਿਖਿਆ ਇਹਨੂੰ ਹਾਸਲ ਕਰਨਾ ਤੇ ਫਿਰ ਆਪਣੇ ਭੇਜਣ ਵਾਲੇ ਦੇ ਕੋਲ ਵਾਪਸ ਜਾਣਾ, ਤੇ ਨਾ ਸਿਰਫ ਕੱਲਿਆ ਜਾਣਾ, ਕਿਉਂਕਿ ਸਾਡੇ ਤੇ ਇਹ ਫਜ਼ਲ ਹੋਇਆ ਕਿ ਅਸੀਂ ਕੱਲੇ ਨਾ ਜਾਈਏ, ਅਸੀਂ ਮਸੀਹ ਦੀ ਗਵਾਹੀ ਦਈਏ। ਇਹ ਆ ਸਾਡੇ ਤੇ ਫਜ਼ਲ। ਕਲਾਮ ਤੇ ਇਲਮ ਦੀ ਦੌਲਤ ਦੇ ਨਾਲ ਤੁਸੀਂ ਦੌਲਤਮੰਦ ਹੋ ਗਏ ਹੋ ਤੇ ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ। ਮਸੀਹ ਦੀ ਗਵਾਹੀ, ਤੁਸੀਂ ਗਵਾਹੀ ਦਿੰਦੇ ਹੋ, ਮਸੀਹ ਦੀ ਗਵਾਹੀ ਦੇਣ ਦੇ, ਤੁਸੀਂ ਕਲਾਮ ਦੀ ਗੱਲ ਕਰਦੇ ਹੋ। ਗਵਾਹੀ ਤਾਂ ਬੜੇ ਸਾਰੇ ਲੋਕ ਦਿੰਦੇ ਨੇ, ਪਰ ਸਿੱਧੇ ਹੋ ਕੇ ਗਵਾਹੀ ਦਈਏ, ਸਿੱਧੇ ਹੋ ਕੇ। ਪੌਲੁਸ ਰਸੂਲ
दूसरा ग्रंथी 2 बाब 17 ਐਤ ਨੂੰ ਪੜ੍ਹੀਏ। दूसरा ग्रंथी 2 बाब 17 ਐਤ ਨੂੰ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਸਾਡਾ ਸ਼ੁਮਾਰ ਕਹਿੰਦਾ ਉਹਨਾਂ ਬੰਦਿਆਂ ਦੇ ਵਿੱਚੋਂ ਨਿਗਾ ਜਿਹੜੇ ਬੰਦੇ ਕਲਾਮ ਦੇ ਚ ਅਮੀਜਸ਼ ਮਿਲਾਵਟਾਂ ਕਰਦੇ ਨੇ, ਟੇੜੇ ਸਾਡਾ ਕਲਾਮ ਕਹਿੰਦਾ ਸੀ ਉਹਨਾਂ ਬੰਦਿਆਂ ਦੇ ਵਿੱਚੋਂ ਨੇ ਕਿਹਾ ਜਿਹੜੇ ਬੰਦੇ ਖੁਦਾ ਦੇ ਕਲਾਮ 'ਚ ਅਮੀਜਸ਼ ਮਿਲਾਵਟਾਂ ਕਰਦੇ ਨੇ, 2 ਨੰਬਰੀ ਕਰਦੇ ਨੇ। ਅਸੀਂ ਕਹਿੰਦਾ ਦਿਲ ਦੀ ਸਫਾਈ ਨਾ, ਉਹ ਬੱਚੇ ਨੂੰ ਬਪਤਿਸਮਾ ਦੇਣ ਵਾਲੇ ਜ਼ਰਾ ਪੁੱਛ ਲਓ ਹਾਂ ਦਿਲ ਕੋ ਕਿ ਮੈਂ ਠੀਕ ਕਰ ਰਿਹਾ, ਕਿਤੇ ਮੈਂ ਬਾਈਬਲ ਦੀ ਮੁਖਾਲਫਤ ਤਾਂ ਨਹੀਂ ਕਰ ਰਿਹਾ, ਮੈਂ ਟੇੜਾ ਤਾਂ ਨਹੀਂ, ਕਿਉਂਕਿ ਕਲਾਮ ਤੇ ਇਸ ਤਰ੍ਹਾਂ ਹੈ ਹੀ ਨਹੀਂ। ਲਿਖਿਆ ਸੀ ਦਿਲ ਦੀ ਸਫਾਈ ਨਾਲ, ਖੁਦਾ ਦੀ ਤਰਫੋਂ, ਖੁਦਾ ਨੂੰ ਹਾਜ਼ਰ ਜਾਣ ਕੇ ਮਸੀਹ 'ਚ, ਤੇ ਮਸੀਹ ਨੇ ਤੇ ਆਖਿਆ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ, ਉਹ ਨਿਜਾਤ ਪਾਏਗਾ। ਜਿਹੜਾ ਈਮਾਨ ਨਾ ਲਿਆਵੇ ਉਹ ਮੁਜਰਮ ਠਹਿਰਾਇਆ ਜਾਊ, ਤੇ ਬੱਚਾ ਤੇ ਈਮਾਨ ਹੀ ਨਹੀਂ ਲਿਆਉਂਦਾ। ਈਮਾਨ ਦੀ ਕਿਤਾਬ उसका 13 बाब 47 ਐਤ ਨੂੰ ਪੜ੍ਹ ਕੇ ਵੇਖੋ। खुदाम यसू मसीह जिस वे चला गया कि क्या वो निजात नाल लै गया? नहीं, क्योंकि खुदा दी कलाम दे लिखिया मिलता है कि मैं नूर हो के दुनिया दे विच आया, नूर हो के। यूहन्ना 12 बाब 46 तुम पढ़ लो। उसने आख्या मैं नूर हो के दुनिया दे विच आया। इमाल 13 बाब 47 तुम पढ़ो। रसूल कहंदा उसने सानू दुनिया दे विच नूर मुकर्रर कर दिता है, चाहे हुण नूर बणीए चाहे नेरा बणीए, ये मर्जी हुण अपनी है। चाहे सीधे हो जाइए तो सीधे होके उहदे आउण दा इंतजार करिए, ते चाहे फिर टेढ़े बणीए सप दी चाल चलीए, हुण मर्जी साडी है। रसूल कहंदा उसने सानू दुनिया विच नूर मुकर्रर कीता है ताकि साडे वसीले, तुसीं तां वसीला हो दुनिया नजात देण दा, यसू मसीह नजात देण आया, तुसीं वसीला हो नजात देण दा। खुदा ने अपने पुत्र नूं भेजिया, ते पुत्र जान लगा कहंदा है बाप मैं इन्हां लई शफायत करना। यूहन्ना 17 बाप पढ़ के वेख लो। मैं तेरे कोल आ चलिया ते हुण इन्हां ते दुनिया 'च रहना है, ते मैं इन्हां लई तेरे अगे शफायत करना है कि शरीर तो इन्हां दी हिफाजत करी। वो साडे वास्ते ते शफायत कर दित्ती गई है, ते शफायत उहदा पुत्र करन दिया। इस करके जिन्हां दी हिफाजत वास्ते किन्ने क अमीर आदमी होणगे, वो जिन्हां दे फरिश्ते खैमाजन हो जांदे आले दुआले, जिन्हां को कलाम ते इलम दी दौलत, मसीह दी गवाही, वो असी झूठियां तंजीमां दी गवाही दे दे के टेढ़े दे टेढ़े मर जाने, टेढ़े ही मर जाने। मसीह दी गवाही अपने अंदर कायम करिए, मसीह च बोलिए। मसीह दो फैसले नहीं करता कि दे लिया करो बच्चे नूं बपतिस्मा, ते जिहड़ा ईमान लियावे उहनूं भी दे लिया करो। जरा अपने दिल को पूछ लो, क्या मैं दौलतमंद है? क्या मैं मसीह की गवाही दे रहा? क्या उस दिन जिस दिन वो आवेगा, क्योंकि पहला ग्रंथियों पहला ही बाब 4 है तो मैं पढ़न दिया सी, ते लिखिया मिलता है मैं खुदा दे उस फजल दे बाय जिहड़ा मसीह यसू विच हुंदे तुहाडे उत्ते हो गया। अपने रब दा शुक्र करना है कि तुसी उस दे विच हो के कलाम ते इलम दी दौलत दे विच दौलतमंद बन गए। मैं खुदाम दा शुक्र करना कि मैं उस वेले भी इस दौलत नूं वंडिया है। 2017 दे विच 9वें महीने की 12 तरीक नूं मेरे दिल दा बाईपास होया।
ਮੈਂ ਕਲਾਮ ਤੇ ਇਲਮ ਦੀ ਦੌਲਤ ਨੂੰ ਵੰਡ ਕੇ ਆਪਰੇਸ਼ਨ ਕਰਾਉਣ ਗਿਆ ਦਿਲ ਦੇ ਚਾਰਾਂ ਵਾਲਾਂ ਦਾ। ਤੇ ਜਿਸ ਵੇਲੇ ਆਪਰੇਸ਼ਨ ਕਰਾ ਕੇ ਮੈਂ ਵਾਪਸ ਆਇਆ, ਤੁਸੀਂ ਇਹ ਤਾਰੀਖ ਫੇਸਬੁੱਕ ਤੇ ਕੱਢ ਕੇ ਦੇਖ ਸਕਦੇ ਹੋ, ਮੈਂ ਫਿਰ ਇਸ ਦੌਲਤ ਨੂੰ ਆਣ ਕੇ ਵੰਡਿਆ, ਇੱਕ ਦਿਨ ਵੀ ਨਾਗਾ ਨਹੀਂ ਪਿਆ, ਕਿਉਂਕਿ ਖੁਦਾ ਨੇ ਮੈਨੂੰ ਕਲਾਮ ਤੇ ਇਲਮ ਦੀ ਦੌਲਤ ਦੇ ਨਾਲ ਦੌਲਤਮੰਦ ਕੀਤਾ ਹੋਇਆ ਹੈ। ਔਰ ਮਸੀਹ ਦੀ ਗਵਾਹੀ ਲਿਖਿਆ ਹੈ, ਸਾਡੇ ਤੇ ਇਹ ਫਜ਼ਲ ਹੈ, ਮਸੀਹ ਦੀ ਗਵਾਹੀ ਸਾਡੇ ਵਿੱਚ ਕਾਇਮ ਹੋਈ। ਇੱਥੋਂ ਤੱਕ ਕਿ ਤੁਸੀਂ ਕਿਸੇ ਨਿਮਤ ਦੇ ਵਿੱਚ ਘੱਟ ਨਹੀਂ ਗਏ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋ। ਅਸੀਂ ਐਵੇਂ ਝੂਠੋ ਝੂਠ ਤੇਰੀ ਬਾਦਸ਼ਾਹੀ ਆਵੇ, ਤੇਰੀ ਬਾਦਸ਼ਾਹੀ ਆਵੇ, ਉਸ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਨਹੀਂ ਹੋਣਾ। ਦੂਸਰਾ ਤਮੋਥੀ 4 ਬਾਬ ਨੂੰ ਪੜ੍ਹ ਕੇ ਵੇਖ ਲਓ। ਪੌਲੁਸ ਰਸੂਲ ਤਮੋਥੀਉਸ ਨੂੰ ਕਹਿੰਦਾ ਏ, ਉਸ ਦੀ ਆਮਦ, ਉਸ ਦਾ ਜ਼ਹੂਰ, ਉਹ ਆਦਲ ਮੁਨਸਬ ਬਾਦਸ਼ਾਹੀ ਦੁਬਾਰਾ ਫਿਰ ਵਾਪਸ ਆ ਰਹੀ ਹੈ। ਤੇ ਕਹਿੰਦਾ ਤੂੰ ਕਲਾਮ ਦੀ ਮਨਾਦੀ ਕਰ, ਝੂਠੀਆਂ ਤਨਜ਼ੀਮਾਂ ਦੀ ਮਨਾਦੀ ਨਾ ਕਰੀਏ। ਸਾਨੂੰ ਆਖਿਆ ਕਲਾਮ ਦੀ ਮਨਾਦੀ ਕਰ, ਕਲਾਮ ਦੀ। ਤੇ ਵਕਤ ਬੇਵਕਤ ਮੁਸਤਦਰ ਹੈ, ਹਰ ਤਰ੍ਹਾਂ ਤਹਮਲ ਤਲੀਮ ਮਲਾਮਤ ਨਾ ਸਮਝਾ ਦੇ। ਲੋਕਾਂ ਨੇ ਸਹੀ ਤਲੀਮ ਦੀ ਬਰਦਾਸ਼ਤ ਨਹੀਂ ਉਹ ਕਰਨੀ, ਬਲਕਿ ਕੰਨਾਂ ਦੀ ਖੁਜਲੀ ਦੇ ਬਾਇਸ ਇਹਨਾਂ ਦੇ ਕੰਨਾਂ ਦੇ ਵਿੱਚ ਤੇ ਤਰਾਟਾਂ ਪੈਣੀਆਂ, ਖਵਾਇਸ਼ਾਂ ਦੇ ਮੁਤਾਬਕ ਉਸਤਾਦ ਬਣਾਉਣੇ ਨੇ। ਪਰ ਤੂੰ ਹੱਕ ਦੀ ਗੱਲ ਕਰ ਤੇ ਬਿਸ਼ਾਰਤ ਦਾ ਕੰਮ ਅੰਜਾਮ ਦੇ। ਤੇਰੇ ਕੋ ਬਿਸ਼ਾਰਤ ਹੈ, ਤੇਰੇ ਕੋ ਕਲਾਮ ਤੇ ਇਲਮ ਦੀ ਦੌਲਤ ਹੈ, ਤੂੰ ਉਸ ਦੌਲਤ ਦੇ ਨਾਲ ਦੌਲਤਮੰਦ ਹੋ ਗਿਆ। ਮਸੀਹ ਦੀ ਗਵਾਹੀ, ਕਲਾਮ ਤੇ ਇਲਮ ਦੀ ਦੌਲਤ ਆ ਸਾਡੇ ਕੋਲ। ਅਸੀਂ ਕੀ ਗੰਦਮੰਦ ਖਿਲਾਰਨ ਡਏ ਬਈ। ਯਕੂਬ ਦਾ ਖਤ ਪਹਿਲਾ ਬਾਬ 21 ਚ ਲਿਖਿਆ, ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲਾ ਗੰਦਮੰਦ ਲੋਕਾਂ ਅੱਗੇ ਰੱਖਣ ਡੇ, ਆਪ ਵੀ ਗੰਦਮੰਦ ਖਾਈ ਜਾਣ ਡੇ, ਲੋਕਾਂ ਨੂੰ ਵੀ ਗੰਦਮੰਦ ਖਵਾਈ ਜਾਣ ਡੇ। ਲਿਖਿਆ ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰ ਦਿਓ। ਤੇ ਉਸ ਕਲਾਮ ਨੂੰ ਕਿਹੜਾ ਜਿਹੜਾ ਸਾਡੇ ਕੋਲ ਹੈ, ਹਲੀਮੀ ਦੇ ਨਾਲ ਕਬੂਲ ਕਰ ਲਿਓ। ਅਸੀਂ ਕਰਦੇ ਹੀ ਨਹੀਂ ਕਬੂਲ। ਅਸੀਂ ਝੂਠੀਆਂ ਤਨਜ਼ੀਮਾਂ ਦੀਆਂ ਝੂਠੀਆਂ ਗੱਲਾਂ ਨੂੰ ਕਬੂਲ ਕਰਨੇ ਆ, ਜਿਨ੍ਹਾਂ ਨੂੰ ਗੰਦਮੰਦ ਬਾਈਬਲ ਕਹਿੰਦੀ। ਕਹਿੰਦਾ ਤੁਹਾਡੀਆਂ ਰੂਹਾਂ ਨੂੰ ਨਜਾਤ ਦੇਵੇਗਾ। ਔਰ ਈਮਾਨ ਦੀ ਕਿਤਾਬ 13 ਬਾਬ 47 ਦੀ ਗੱਲ ਹੋ ਰਹੀ ਸੀ। ਪੌਲੁਸ ਰਸੂਲ ਕਹਿੰਦਾ ਉਸਨੇ ਸਾਨੂੰ ਦੁਨੀਆ ਵਿੱਚ ਨੂਰ ਮੁਕਰਰ ਕੀਤਾ ਹੈ ਤਾਂ ਕਿ ਸਾਡੇ ਵਸੀਲਾ ਬਣੀਏ ਭਰਾਵੋ ਦੁਨੀਆ ਦੀ ਨਜਾਤ ਦਾ। ਸਾਡੇ ਵਸੀਲੇ ਦੁਨੀਆ ਦੀ ਇੰਤਹਾ ਤੱਕ ਨਜਾਤ ਦਾ ਕੰਮ ਹੋਵੇ। ਮਸੀਹ ਦੀ ਗਵਾਹੀ ਦੀ, ਕਲਾਮ ਦੀ ਗੱਲ ਕਰੀਏ, ਕਿਉਂਕਿ ਇਹ ਹੈ ਸਾਡੇ ਤੇ ਫਜ਼ਲ ਕਿ ਅਸੀਂ ਕਲਾਮ ਤੇ ਇਲਮ ਦੀ ਦੌਲਤ ਦੇ ਨਾਲ ਦੌਲਤਮੰਦ ਹੋਏ ਹਾਂ। ਮਸੀਹ ਦੀ ਗਵਾਹੀ ਸਾਡੇ 'ਚ ਕਾਇਮ ਹੋਈ, ਇੱਥੋਂ ਤੱਕ ਕਿ ਕਿਸੇ ਨਿਮਤ ਦੇ ਵਿੱਚ ਘੱਟ ਨਹੀਂ ਗਏ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਵੀ ਉਹ ਆ ਰਿਹਾ ਮੁੰਤਜ਼ਰ, ਇੱਥੋਂ ਤੱਕ ਕਿ ਉਸ ਦਿਨ ਤੁਸੀਂ ਬੇਇਲਜ਼ਾਮ ਠਹਿਰੋਗੇ ਕਿ ਤੁਸੀਂ ਕਲਾਮ ਦੀ ਮਨਾਦੀ ਕੀਤੀ, ਝੂਠੀਆਂ ਤਨਜ਼ੀਮਾਂ ਦੀ ਮਨਾਦੀ ਕਰਕੇ ਬੱਚਿਆਂ ਨੂੰ ਬਪਤਿਸਮਾ ਨਹੀਂ ਦਿੱਤਾ। ਬੇਇਲਜ਼ਾਮ ਖੁਦਾ ਕਹੇਗਾ ਵਾਕਿਆ ਹੀ ਇਹ ਅੰਜੀਲੀ ਮਨਾਦ ਹੈ। ਇਹਨਾਂ ਕੋ ਜਿਹੜੀ ਦੌਲਤ ਸੀਗੀ, ਇਹਨਾਂ ਉਸ ਦੌਲਤ ਨੂੰ ਵੰਡਿਆ। ਸੋ ਆਓ, ਖੁਦਾਵੰਦ ਯਿਸੂ ਮਸੀਹ ਨੇ ਮਰਕਸ 16 ਬਾਬ ਤੇ 15 ਚ ਇਹੋ ਹੀ ਆਖਿਆ ਸੀ ਕਿ ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰਨੀ ਹੈ, ਝੂਠੀਆਂ ਤਨਜ਼ੀਮਾਂ ਦੀ ਮਨਾਦੀ ਨਹੀਂ ਕਰਨੀ। ਜਦੋਂ ਝੂਠੀਆਂ ਤਨਜ਼ੀਮਾਂ ਦੀ ਮਨਾਦੀ ਕਰਨੇ ਆ ਤੇ ਫਿਰ ਅਸੀਂ ਬੱਚਿਆਂ ਨੂੰ ਬਪਤਿਸਮਾ ਦਿੰਦੇ ਆ। ਬਾਈਬਲ ਦੀ ਤਾਲੀਮ ਤੇ ਇਹ ਆ ਕਿ ਜਿਹੜਾ ਈਮਾਨ ਲਿਆਵੇ
ਉਹ ਬਪਤਿਸਮਾ ਲੈ ਲਵੇ। ਅਸੀਂ ਤੇ ਅੱਜ ਤੱਕ ਮੰਨਦੇ ਹੀ ਨਹੀਂ ਪਏ ਇਸ ਗੱਲ ਨੂੰ। ਨਹੀਂ ਜੀ, ਨਹੀਂ ਨਹੀਂ, ਅਸੀਂ ਤੇ ਬੱਚਿਆਂ ਨੂੰ ਹੀ ਦਵਾਉਣਾ ਹੈ ਤੇ ਉਹਦੀ ਗੱਲ ਨੂੰ ਅਸੀਂ ਰੱਦ ਕਰਨੇ ਆ, ਕਲਾਮ ਦੀ ਗੱਲ ਨੂੰ ਰੱਦ। ਹਾਲਾਂਕਿ ਯਰਮੀਆ 2 ਬਾਬ 31 ਐਤ ਦੇ ਵਿੱਚ ਕਿਹਾ ਗਿਆ, ਐ ਇਸ ਪੁੱਛਦੇ ਲੋਗੋ, ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ। ਅਸੀਂ ਝੂਠੀਆਂ ਤਨਜ਼ੀਮਾਂ ਦਾ ਲਿਹਾਜ਼ ਕਰਕੇ ਤੇ ਫਿਰ ਕਹਿੰਦੇ ਆ ਤੇਰੀ ਬਾਦਸ਼ਾਹੀ ਹੋਵੇ। ਬਾਦਸ਼ਾਹ ਨੇ ਤੇ ਆ ਜਾਣਾ। ਇਸਤਿਸ਼ਨਾ 32 ਬਾਬ 29 ਚ ਲਿਖਿਆ, ਕਾਸ਼ ਅਕਲਮੰਦ ਹੁੰਦੇ ਤੇ ਸਮਝ ਜਾਂਦੇ ਤੇ ਫਿਰ ਸਿੱਧੇ ਖੜੇ ਹੁੰਦੇ, ਟੇਢੇ ਨਾ ਰਹਿੰਦੇ, ਆਪਣੀ ਆਕਬਤ ਉੱਤੇ, ਆਖਰਤ ਉੱਤੇ ਗੌਰ ਕਰਦੇ ਕਿ ਖੁਦਾ ਦੀ ਕਲਾਮ ਦੀ ਮੁਖਾਲਫਤ ਕਰਦਿਆਂ ਕਰਦਿਆਂ ਸਾਡੇ ਨਾਲ ਕੀ ਫਿਰ ਸਲੂਕ ਹੋਏਗਾ। ਕਿਉਂਕਿ ਜ਼ਬੂਰ 50 ਤੇ ਉਹਦੀ 22 ਚ ਲਿਖਿਆ, ਹੁਣ ਖੁਦਾ ਨੂੰ ਭੁੱਲਣ ਵਾਲਿਓ, ਅਸੀਂ ਉਹਨੂੰ ਭੁੱਲੇ ਬੈਠੇ ਹਾਂ। ਕਹਿੰਦਾ ਸੋਚ ਲਿਓ, ਤੇ ਉਹ ਕਹਿੰਦਾ ਮੈਂ ਤੁਹਾਨੂੰ ਫਿਰ ਫੋੜ ਡਾਲਾਂਗਾ ਤੇ ਕੋਈ ਛਡਾਉਣ ਵਾਲਾ ਕੋਈ ਨਹੀਂ ਹੋਣਾ। ਇਹ ਝੂਠੀਆਂ ਤਨਜ਼ੀਮਾਂ ਦੇ ਝੂਠੇ ਲੀਡਰਾਂ ਨੇ ਉਹਦੇ ਹੱਥੋਂ ਛਡਾਉਣਾ ਨਹੀਂ ਉਹ ਸਾਨੂੰ। ਹਾਂ, ਇਹ ਅੱਗੇ ਬਹੁਤਾ ਕਰਨਗੇ ਸਾਨੂੰ, ਪਹਿਲੋਂ ਇਹ ਜਹੰਨਮ 'ਚ ਜਾਣ, ਫਿਰ ਅਸੀਂ ਜਾਵਾਂਗੇ। ਕਿਉਂਕਿ ਮੱਤੀ 23 ਬਾਬ 15 ਚ ਲਿਖਿਆ ਹੈ, ਇਹ ਫਕੀਓ ਫਰੀਸੀਓ ਤੁਹਾਡੇ ਉੱਤੇ ਅਫਸੋਸ ਕਿ ਇੱਕ ਮਰੀਦ ਕਰਨ ਦੀ ਖਾਤਰ ਤੁਸੀਂ ਤਰੀ ਤੇ ਖੁਸ਼ਕੀ ਦਾ ਦੌਰ। ਇਹ ਤਰੀ ਤੇ ਖੁਸ਼ਕੀ ਕੀ ਹੈ? ਉਹਨਾਂ ਦੀਆਂ ਆਪਣੀਆਂ ਤਲੀਮਾਂ, ਆਪਣੀਆਂ ਗੱਲਾਂ, ਝੂਠੀਆਂ ਗੱਲਾਂ, ਉਹ ਜਿਨ੍ਹਾਂ ਦੇ ਅਸੀਂ ਪੈਰੋਕਾਰ ਤੇ ਇਹਨਾਂ ਝੂਠੀਆਂ ਤਨਜ਼ੀਮਾਂ ਦੇ ਮਰੀਦ ਬਣੇ ਹੋਏ। ਤੇ ਫਿਰ ਲਿਖਿਆ ਹੈ, ਇਹ ਤੁਹਾਨੂੰ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਣਗੇ। ਅੱਜ ਵੇਲਾ ਇਸ ਸੋਚ ਕਰੀਏ, ਆਪਣੀ ਆਕਬਤ ਉੱਤੇ ਅਕਲਮੰਦ ਬਣੀਏ। ਇਸਤਿਸ਼ਨਾ 32 ਬਾਬ 29 ਚ ਲਿਖਿਆ, ਕਾਸ਼ ਇਹ ਅਕਲਮੰਦ ਹੁੰਦੇ ਤੇ ਫਿਰ ਸਮਝ ਜਾਂਦੇ, ਆਪਣੀ ਆਖਰਤ ਉੱਤੇ ਗੌਰ ਕਰਦੇ ਕਿ ਸਾਡੇ ਕੋਲ ਕਲਾਮ ਸੀ, ਸਾਨੂੰ ਤੇ ਕਲਾਮ ਦੀ ਮਨਾਦ ਬਣਨਾ ਸੀ। ਅਸੀਂ ਕੀ ਕੀਤਾ? ਅਸੀਂ ਝੂਠ ਨੂੰ ਮੰਨਦੇ ਰਹੇ, ਅਸੀਂ ਆਜ਼ਾਦੀ ਨਾ ਪਾਈ। ਖੁਦਾ ਨੇ ਯਿਸੂ ਮਸੀਹ ਨੇ ਜਾਂ 8 ਬਾਬ 32 ਚ ਆਖਿਆ, ਜਿਹੜਾ ਸੱਚ ਤੋਂ ਵਾਕਬ ਹੋਵੇਗਾ। ਅਸੀਂ ਅੱਜ ਤੱਕ ਬਾਈਬਲ ਤੋਂ ਵਾਕਬ ਹੀ ਨਹੀਂ ਹੋਏ ਕਿ ਬਾਈਬਲ ਕੀ ਕਹਿ ਰਹੀ ਹੈ, ਝੂਠੀਆਂ ਤਨਜ਼ੀਮਾਂ ਕੀ ਕਹਿ ਰਹੀਆਂ। ਲਿਖਿਆ ਹੈ, ਸੱਚਾਈ ਯਾਨੀ ਬਾਈਬਲ ਦੀਆਂ ਗੱਲਾਂ, ਅੰਜੀਲ ਦੀਆਂ ਗੱਲਾਂ ਤੁਹਾਨੂੰ ਆਜ਼ਾਦ ਕਰਨਗੀਆਂ। ਅਗਰ ਕੋਈ ਚਾਹੁੰਦਾ ਮੈਂ ਆਜ਼ਾਦੀ ਪਾਵਾਂ ਤੇ ਉਹਦੇ ਕੋਲ ਮੌਕਾ ਹੈ ਕਿ ਖੁਦਾਵੰਦ ਮੈਂ ਤੇਰਾ ਕਲਾਮ ਸੁਣਿਆ, ਉਸਨੇ ਮੇਰਾ ਬੰਦ ਜ਼ਹਨ ਖੋਲਿਆ ਕਿ ਤੂੰ ਤੇ ਵਾਪਸ ਆਉਣ ਵਾਲਾ। ਉਹ ਮੈਂ ਤੇ ਟੇਢੇ ਲੋਕਾਂ ਨੂੰ, ਉਹ ਸੱਪ ਦੀ ਚਾਲ ਚੱਲਣ ਵਾਲਿਆਂ ਨੂੰ ਪੂਜਦਾ ਰਿਹਾ। ਤੂੰ ਤੇ ਮੈਨੂੰ ਕਲਾਮ ਤੇ ਇਲਮ ਦੀ ਦੌਲਤ ਦਿੱਤੀ, ਤੂੰ ਤੇ ਮੈਨੂੰ ਸੱਚਾ ਗਵਾਹ ਬਣਾਇਆ ਸੀ। ਕਿਉਂਕਿ ਲੂਕਾ 1 ਬਾਬ 1 ਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਬਰ ਨੂੰ ਕੱਸਿਆ। ਕਦ ਲਈ ਕੱਸਿਆ? ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈ ਬਿਆਨ ਕਰਨ ਲਈ, ਕਬਰਾਂ ਚੋਂ ਆਣ ਕੇ ਬਿਆਨ ਨਹੀਂ ਕੀਤਾ ਜਾਣਾ। ਹੁਣ ਹੀ ਮੌਕਾ ਹੈ ਇਸ ਹੱਕ ਸੱਚ ਨੂੰ ਦਲੇਰੀ ਦੇ ਨਾਲ ਬਿਆਨ ਕਰ ਲਈਏ, ਚੰਗੇ ਰਹਿ ਜਾਵਾਂਗੇ। ਇਸ ਦੌਲਤ ਨੂੰ ਲੋਕਾਂ ਤੱਕ ਵੰਡ ਲਈਏ, ਚੰਗੇ ਰਹਿ ਜਾਵਾਂਗੇ, ਆਪਣੇ ਸਿਰਾਂ ਝੁਕਾਵਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਇਸ ਇਮਾਨ ਨਾਲ ਪਹੁੰਚਾਇਆ ਕਿ ਬੰਦ ਜ਼ਹਨ ਤੇਰੇ ਨਾਂ ਤੋਂ ਖੁੱਲ੍ਹਦੇ ਨੇ। ਜਦੋਂ ਤੇਰੇ ਨਾਂ ਤੋਂ ਜ਼ਹਨ ਖੁੱਲ੍ਹਦੇ ਨੇ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ। ਜਿਸ ਵੇਲੇ ਸਮਝ ਜਾਂਦੇ ਨੇ ਤੇ ਫਿਰ ਦੂਸਰਿਆਂ ਨੂੰ ਸਮਝਾਉਣਾ ਸ਼ੁਰੂ ਕਰਦੇ ਨੇ। ਆਪ ਬਚਦੇ ਨੇ, ਆਪਣੀਆਂ ਨਸਲਾਂ ਨੂੰ ਬਚਾਉਂਦੇ ਨੇ ਤੇ ਲੋਕਾਂ ਨੂੰ ਬਚਾਉਂਦੇ ਨੇ, ਤੇ ਉਸ ਮਕਸਦ ਨੂੰ ਜਾਣ ਜਾਂਦੇ ਨੇ। ਜੇ ਇਸ ਮਕਸਦ ਦੇ ਬਾਰੇ ਤੇਰਾ ਬੰਦਾ ਮੁਕੱਦਸ ਪਤਰਸ 1 ਬਾਬ ਤੇ 9 ਚ ਕਹਿੰਦਾ ਹੈ, ਪਹਿਲਾ ਹੀ ਪਤਰਸ ਤੇ 1 ਬਾਬ 9 ਚ ਕਹਿੰਦਾ ਹੈ, ਸਾਡੇ ਤੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ ਹੈ। ਆਪਣੀ ਰੂਹ ਬਚਾਉਣੀ, ਲੋਕਾਂ ਦੀਆਂ ਰੂਹਾਂ ਬਚਾਉਣੀਆਂ, ਇਹ ਸਾਡੇ ਈਮਾਨ ਦਾ ਮਕਸਦ ਹੈ। ਤੇ ਫਿਰ ਕਲਾਮ ਤੇ ਇਲਮ ਦੀ ਦੌਲਤ ਨੂੰ ਵੰਡਦੇ ਆ, ਗਵਾਹੀ ਦਿੰਦੇ, ਹੱਕ ਦੀ ਬੋਲੀ ਬੋਲਦੇ ਨੇ, ਤਾਂ ਕਿ ਜਿਸ ਵੇਲੇ ਖੁਦਾਵੰਦ ਤੂੰ ਆਵੇਂ ਅਸੀਂ ਸ਼ਰਮਿੰਦਾ ਨਾ ਹੋਈਏ।
ਬਲਕਿ ਸਾਡੇ ਬਦਨ ਤੇਰੇ ਜਲਾਲ ਲਈ ਇਸਤੇਮਾਲ ਹੋਣ, ਬਿਮਾਰ ਲੋਕ ਚੰਗਿਆਈ ਪਾਉਣ, ਬਦਰੂ ਗ੍ਰਿਫਤਾਰ ਲੋਕ ਆਜ਼ਾਦੀ ਪਾਉਣ, ਤੇ ਤਨਜ਼ੀਮਾਂ ਦੇ ਮਿਸ਼ਨਾਂ ਦੇ ਜਕੜੇ ਹੋਏ ਲੋਕ ਯਿਸੂ ਨਾਂ ਤੋਂ ਆਜ਼ਾਦੀ ਪਾ ਕੇ ਹੱਕ ਸੱਚ ਦੇ ਯਾਨੀ ਅੰਜੀਲੀ ਗਵਾਹ ਬਣਨ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਭਲਿਓ, ਕਲਾਮ ਬੀਜ ਹੈ, ਮੀਡੀਆ ਦਾ ਦੌਰ ਹੈ, ਤੇ ਯੂੰ ਹੀ ਕੋ ਕਲਾਮ ਨੂੰ ਸ਼ੇਅਰ ਕਰਦਾ ਹੈ, ਕਲਾਮ ਦੇ ਬੀਜ ਦਾ ਛੱਟਾ ਉਹ ਪੂਰੀ ਦੁਨੀਆ 'ਚ ਦੇ ਦਿੰਦਾ ਹੈ। ਤੇ ਆਓ ਆਪਣਾ ਹੱਥ ਵਧਾਈਏ, ਕਲਾਮ ਨੂੰ ਸ਼ੇਅਰ ਕਰੀਏ। ਔਰ ਇਸੇ ਤਰ੍ਹਾਂ ਮੇਰਾ ਚੈਨਲ ਹੈ YouTube ਤੇ, ਔਰ ਮੇਰੇ ਚੈਨਲ ਦਾ ਨਾਂ ਹੈ ਰੱਬ ਦੀਆਂ ਗੱਲਾਂ। ਜ਼ਰੂਰ ਸੁਣਿਓ, ਚੰਗੀਆਂ ਲੱਗਣ ਲਾਈਕ ਕਰ ਲਿਓ, ਉਹ ਬੈਲ ਦਾ ਬਟਨ ਦਬਾ ਲਿਓ, ਤਾਂ ਕਿ बर वक्त फिर खुदा दा कलाम तुहाडे कोल पहुँचदा रहे। ते कोशिश करियो अपने सज्जणा मित्रां नूं भी इस चैनल दे बारे दस्सियो, ताकि वो भी सुन ते बरकत पाउण। उन्हां नाल भी इस चैनल नूं साझा करियो। खुदा तेन बरकत है।